ਹੈਲੋ ਬੱਚਿਓ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਸਾਡੇ YouTube ਚੈਨਲ ਮਾਸਕ ਐਜੂਕੇਸ਼ਨ 'ਤੇ। ਅੱਜ ਆਪਾਂ ਇਤਿਹਾਸ ਦੇ ਜਿਹੜੇ ਪ੍ਰਸ਼ਨ ਉੱਤਰ ਹੈ ਉਹ ਡਿਸਕਸ ਕਰਾਂਗੇ। ਇਹ ਜਿਹੜੇ ਇਤਿਹਾਸ ਦੇ ਪ੍ਰਸ਼ਨ ਉੱਤਰ ਨੇ ਇਹ ਆਪਾਂ 2 ਵੀਡੀਓਜ਼ ਰਾਹੀਂ ਤੁਹਾਡੇ ਤੱਕ ਪਹੁੰਚਾਵਾਂਗੇ। ਤੇ ਇਹਦੇ ਵਿੱਚ ਜਿਹੜਾ ਪਹਿਲਾ ਪਾਠ ਹੈ ਤੁਹਾਡਾ ਇਤਿਹਾਸ ਦਾ ਪਾਠ ਨੰਬਰ 6, ਕਿੱਥੇ, ਕਦੋਂ ਅਤੇ ਕਿਵੇਂ। ਇਸ ਦੇ ਵਿੱਚ 29ਵਾਂ ਕੁਐਸਚਨ ਹੈ, ਜਿਸ ਦੇ ਵਿੱਚ ਆਪਾਂ ਨੂੰ ਭਾਰਤੀ ਇਤਿਹਾਸ ਨੂੰ ਕਿਹੜੇ ਕਾਲ ਵਿੱਚ ਵੰਡਿਆ ਗਿਆ ਹੈ। ਇੱਥੇ ਆਪਾਂ ਨੂੰ ਪੁੱਛਿਆ ਗਿਆ ਹੈ ਭਾਰਤੀ ਇਤਿਹਾਸ ਨੂੰ ਕਿਹੜੇ ਕਾਲ ਵਿੱਚ ਵੰਡਿਆ ਗਿਆ ਹੈ। ਇਸ ਦਾ ਜਿਹੜੇ ਆਪਸ਼ਨ ਨੇ ਉਹ ਹੈ ਪਹਿਲਾ ਪ੍ਰਾਚੀਨ ਕਾਲ, ਦੂਜਾ ਮੱਧ ਕਾਲ, ਤੀਜਾ ਆਧੁਨਿਕ ਕਾਲ। ਅਤੇ ਇਸ ਦਾ ਸਹੀ ਉੱਤਰ ਹੋਵੇਗਾ ਉਪਰੋਕਤ ਸਾਰੇ। ਅਗਲਾ ਪ੍ਰਸ਼ਨ ਹੈ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਿਹੜੀ ਸਦੀ ਵਿੱਚ ਹੋਇਆ। ਇਸ ਦੇ ਵਿੱਚ ਜਿਹੜਾ ਸਹੀ ਉੱਤਰ ਹੈ ਉਹ ਹੈ ਤੀਜਾ, ਯਾਨੀ 18ਵੀਂ ਸਦੀ ਦੇ ਵਿੱਚ ਆਧੁਨਿਕ ਕਾਲ ਦਾ ਆਰੰਭ ਹੋਇਆ ਸੀ। ਅਗਲਾ ਪ੍ਰਸ਼ਨ ਹੈ 31ਵਾਂ, ਅਵਧ ਨੂੰ ਕਿਸ ਨੇ ਸੁਤੰਤਰ ਰਾਜ ਘੋਸ਼ਿਤ ਕੀਤਾ ਸੀ। ਅਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਪਹਿਲਾ, ਯਾਨੀ ਸਾਦਤ ਖਾਨ ਨੇ ਅਵਧ ਨੂੰ ਸੁਤੰਤਰ ਰਾਜ ਘੋਸ਼ਿਤ ਕੀਤਾ ਸੀ। ਅਗਲਾ ਪ੍ਰਸ਼ਨ ਹੈ 32ਵਾਂ ਪ੍ਰਸ਼ਨ, ਆਧੁਨਿਕ ਕਾਲ ਵਿੱਚ ਭਾਰਤ ਵਿੱਚ ਪੁਰਤਗਾਲੀ, ਡੱਚ ਅਤੇ ਡੈਸ਼ ਯੂਰੋਪੀਅਨ ਸ਼ਕਤੀਆਂ ਆਈਆਂ। ਇੱਥੇ ਜਿਹੜੇ ਆਪਸ਼ਨ ਦਿੱਤੇ ਗਏ ਨੇ ਇਹਨਾਂ ਦੇ ਵਿੱਚੋਂ ਸਹੀ ਉੱਤਰ ਹੈ ਤੁਹਾਡਾ ਦੂਜਾ, ਯਾਨੀ ਅੰਗਰੇਜ਼। ਅਤੇ ਅਗਲਾ ਪ੍ਰਸ਼ਨ ਹੈ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਕਰਨਾਟਕ ਦੇ 3 ਯੁੱਧ ਹੋਏ। ਇਹ ਯੁੱਧ ਕਦੋਂ ਤੋਂ ਕਦੋਂ ਤੱਕ ਹੋਏ। ਇਸ ਦੇ ਵਿੱਚ ਤੁਹਾਨੂੰ 4 ਆਪਸ਼ਨ ਦਿੱਤੇ ਗਏ ਨੇ। ਇਹਨਾਂ ਦੇ ਵਿੱਚੋਂ ਸਹੀ ਆਪਸ਼ਨ ਹੈ ਤੁਹਾਡਾ A, 1744 ਈਸਵੀ ਤੋਂ ਲੈ ਕੇ 1763 ਈਸਵੀ ਤੱਕ। ਅਤੇ ਹੁਣ ਤੁਹਾਡਾ ਇਸ ਪ੍ਰਸ਼ਨ ਤੋਂ ਬਾਅਦ ਅਗਲਾ ਪਾਠ ਆਵੇਗਾ, ਜਿਸ ਦਾ ਨਾਮ ਹੈ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਅਤੇ ਪਾਠ ਨੰਬਰ 7 ਹੈ। ਇਸ ਦਾ 34ਵਾਂ ਕੁਐਸਚਨ ਹੈ 27 ਮਈ 1498 ਨੂੰ ਭਾਰਤ ਪਹੁੰਚਣ ਵਾਲਾ ਪਹਿਲਾ ਪੁਰਤਗਾਲੀ ਕੌਣ ਸੀ। ਅਤੇ ਇਸ ਦਾ ਸਹੀ ਉੱਤਰ ਹੈ ਦੂਜਾ, ਯਾਨੀ ਵਾਸਕੋ ਡੀ ਗਾਮਾ ਪਹਿਲਾ ਪੁਰਤਗਾਲੀ ਸੀ ਜੋ ਭਾਰਤ ਪਹੁੰਚਿਆ ਸੀ। ਇਹ ਕਾਲੀਕਟ ਦੇ ਨਾਂ ਦੇ ਸਥਾਨ 'ਤੇ ਕੇਰਲ ਦੇ ਵਿੱਚ ਭਾਰਤ ਪਹੁੰਚਿਆ ਸੀ। ਅਤੇ 35ਵਾਂ ਕੁਐਸਚਨ ਹੈ ਮਹਾਰਾਣੀ ਐਲਿਜ਼ਾਬੇਥ ਪਹਿਲੀ ਨੇ ਈਸਟ ਇੰਡੀਆ ਕੰਪਨੀ ਨੂੰ ਭਾਰਤ ਨਾਲ ਵਪਾਰ ਕਰਨ ਦਾ ਕਿੰਨੇ ਸਮੇਂ ਲਈ ਏਕਾਧਿਕਾਰ ਦਿੱਤਾ। 5 ਸਾਲ, 10 ਸਾਲ, 15 ਸਾਲ ਜਾਂ 20 ਸਾਲ। ਇਸ ਦੇ ਵਿੱਚ ਸਹੀ ਉੱਤਰ ਹੈ 15 ਸਾਲ ਦਾ, ਯਾਨੀ ਸੀ ਉੱਤਰ ਸਹੀ ਹੈ 15 ਸਾਲ। 36ਵਾਂ ਪ੍ਰਸ਼ਨ ਹੈ 1690 ਈਸਵੀ ਵਿੱਚ ਅੰਗਰੇਜ਼ਾਂ ਨੇ ਫੋਰਟ ਵਿਲੀਅਮ ਦਾ ਨਾਂ ਦਾ ਕਿਲ੍ਹਾ ਕਿੱਥੇ ਉਸਾਰਿਆ। ਅਤੇ ਇਸ ਦੇ ਵਿੱਚ ਆਪਸ਼ਨ ਹੈ ਮੁੰਬਈ, ਮਦਰਾਸ, ਕਲਕੱਤਾ ਜਾਂ ਫਿਰ ਦਿੱਲੀ। ਇਸ ਦਾ ਸਹੀ ਉੱਤਰ ਹੋਵੇਗਾ ਕਲਕੱਤਾ ਦੇ ਵਿੱਚ ਇਸ ਕਿਲ੍ਹੇ ਨੂੰ ਉਸਾਰਿਆ ਗਿਆ ਸੀ, ਯਾਨੀ ਉੱਤਰ ਸੀ ਕਲਕੱਤਾ। ਅਗਲਾ ਪ੍ਰਸ਼ਨ ਹੈ ਪਲਾਸੀ ਦੀ ਲੜਾਈ ਕਦੋਂ ਹੋਈ ਸੀ। ਪਲਾਸੀ ਦੀ ਲੜਾਈ 4 ਆਪਸ਼ਨ ਆਪਾਂ ਨੂੰ ਦਿੱਤੇ ਗਏ ਨੇ। ਇਹਨਾਂ ਦੇ ਵਿੱਚ ਸਹੀ ਉੱਤਰ ਹੈ ਆਪਣਾ ਆਪਸ਼ਨ ਪਹਿਲਾ, ਯਾਨੀ 23 ਜੂਨ 1757 ਨੂੰ ਪਲਾਸੀ ਦੀ ਲੜਾਈ ਹੋਈ ਸੀ। ਅਤੇ ਅਗਲਾ ਪ੍ਰਸ਼ਨ ਹੈ ਆਪਣਾ 38ਵਾਂ ਪ੍ਰਸ਼ਨ, ਪਲਾਸੀ ਦੀ ਲੜਾਈ ਅੰਗਰੇਜ਼ਾਂ ਅਤੇ ਕਿਸ ਨਵਾਬ ਦੇ ਦਰਮਿਆਨ ਹੋਈ ਸੀ। ਅਤੇ ਜਿਹੜੀ ਪਲਾਸੀ ਦੀ ਲੜਾਈ ਹੈ ਉਹ ਅੰਗਰੇਜ਼ਾਂ ਅਤੇ ਕਿਸ ਨਵਾਬ ਦੇ ਦਰਮਿਆਨ ਹੋਈ ਸੀ। ਅਤੇ ਇਸ ਦਾ ਸਹੀ ਉੱਤਰ ਹੈ ਆਪਸ਼ਨ ਸੀ, ਯਾਨੀ ਕਿ ਤੀਜਾ, ਨਵਾਬ ਸਿਰਾਜੁਦੀਨ ਦੌਲਾ ਦੇ ਵਿਚਕਾਰ। ਅਤੇ 39ਵਾਂ ਪ੍ਰਸ਼ਨ ਹੈ ਬਕਸਰ ਦੀ ਲੜਾਈ ਕਦੋਂ ਹੋਈ। ਬਕਸਰ ਦੀ ਲੜਾਈ ਇਸ ਦੇ ਵਿੱਚ ਆਪਾਂ ਨੂੰ 4 ਆਪਸ਼ਨ ਦਿੱਤੇ ਗਏ ਨੇ। ਬਕਸਰ ਦੀ ਲੜਾਈ 1764 ਈਸਵੀ ਦੇ ਵਿੱਚ ਹੋਈ ਸੀ, ਯਾਨੀ ਦੂਜਾ ਆਪਸ਼ਨ ਹੈ ਜਿਹੜਾ ਸਹੀ ਆਪਸ਼ਨ ਹੈ। ਅਤੇ 40ਵਾਂ ਕੁਐਸਚਨ ਹੈ ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਵੱਲੋਂ ਅਪਣਾਈ ਗਈ। 40ਵੇਂ ਕੁਐਸਚਨ ਦੇ ਵਿੱਚ ਆਪਾਂ ਨੂੰ 4 ਆਂਸਰ ਦਿੱਤੇ ਗਏ ਨੇ। ਪਹਿਲਾ ਜਿਹੜਾ ਲਾਰਡ ਡਲਹੌਜੀ ਹੈ, ਲੈਪਸ ਦੀ ਨੀਤੀ ਅਪਣਾਉਣ ਵਾਲਾ ਗਵਰਨਰ ਸੀ ਲਾਰਡ ਡਲਹੌਜੀ, ਯਾਨੀ ਪਹਿਲਾ ਆਪਸ਼ਨ ਇਸ ਦਾ ਸਹੀ ਹੈ। ਹੁਣ 8ਵਾਂ ਜਿਹੜਾ ਲੈਸਨ ਹੈ ਇਤਿਹਾਸ ਦਾ, ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ। ਇਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ
ਪ੍ਰਸ਼ਨ ਨੰਬਰ 41, ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ? ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਕਿਹੜਾ ਐਕਟ ਪਾਸ ਕੀਤਾ ਗਿਆ? ਤੇ ਇਹਨਾਂ ਦੇ ਵਿੱਚ ਸਹੀ ਆਪਸ਼ਨ ਜਿਹੜਾ ਹੈ ਉਹ ਹੈ ਦੂਜਾ ਆਪਸ਼ਨ, ਯਾਨੀ ਕਿ ਰੈਗੂਲੇਟਿੰਗ ਐਕਟ ਹੈ ਜਿਹੜਾ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਲਈ ਪਾਸ ਕੀਤਾ ਗਿਆ। ਭਾਰਤ ਵਿੱਚ ਸਿਵਲ ਸਰਵਿਸ ਅਤੇ ਪੁਲਿਸ ਪ੍ਰਬੰਧ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਪ੍ਰਸ਼ਨ ਨੰਬਰ 42 ਹੈ, ਭਾਰਤ ਵਿੱਚ ਸਿਵਲ ਸਰਵਿਸ ਅਤੇ ਪੁਲਿਸ ਪ੍ਰਬੰਧ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ? ਇਸ ਦਾ ਸਹੀ ਉੱਤਰ ਹੋਵੇਗਾ ਪਹਿਲਾ, ਯਾਨੀ ਕਿ ਲਾਰਡ ਕਾਰਨਵਾਲਿਸ ਨੂੰ ਮੰਨਿਆ ਜਾਂਦਾ ਹੈ। ਤੇ ਅਗਲਾ ਯਾਨੀ 43 ਨੰਬਰ ਪ੍ਰਸ਼ਨ ਹੈ, ਪੀਟਸ ਇੰਡੀਆ ਐਕਟ ਕਦੋਂ ਪਾਸ ਹੋਇਆ? ਇਸ ਦਾ ਸਹੀ ਉੱਤਰ ਹੋਵੇਗਾ ਤੀਜਾ, 1784 ਦੇ ਵਿੱਚ ਪੀਟਸ ਇੰਡੀਆ ਐਕਟ ਪਾਸ ਹੋਇਆ ਸੀ। 44ਵਾਂ ਕੁਐਸਚਨ ਹੈ, 1773 ਈਸਵੀ ਦੇ ਰੈਗੂਲੇਟਿੰਗ ਐਕਟ ਅਨੁਸਾਰ ਸਰਵਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ? ਚਾਰ ਆਪਸ਼ਨ ਆਪਾਂ ਨੂੰ ਦਿੱਤੇ ਗਏ ਨੇ, ਇਹਨਾਂ ਦੇ ਵਿੱਚ ਸਹੀ ਉੱਤਰ ਹੈ ਦੂਜਾ, ਯਾਨੀ ਕਲਕੱਤਾ ਦੇ ਵਿੱਚ ਕੀਤੀ ਗਈ ਸੀ। ਹੁਣ 45ਵਾਂ ਕੁਐਸਚਨ ਹੈ, ਕਿਹੜਾ ਪਹਿਲੇ ਭਾਰਤੀ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ? ਤੇ ਇਸ ਦੇ ਵਿੱਚ ਚਾਰ ਆਪਸ਼ਨ ਦਿੱਤੇ ਗਏ ਨੇ, ਸਹੀ ਆਪਸ਼ਨ ਹੈ ਸਤਿੰਦਰ ਨਾਥ ਟੈਗੋਰ। ਪਹਿਲਾ ਜਿਹੜਾ ਆਪਸ਼ਨ ਹੈ ਉਹ ਸਹੀ ਹੈ, ਸਤਿੰਦਰ ਨਾਥ ਟੈਗੋਰ। ਹੁਣ ਪਾਠ ਨੰਬਰ 9, ਪੇਂਡੂ ਜੀਵਨ ਅਤੇ ਸਮਾਜ। ਪ੍ਰਸ਼ਨ ਨੰਬਰ 46, ਅੰਗਰੇਜ਼ਾਂ ਨੇ ਭਾਰਤ ਵਿੱਚ ਲਗਾਨ ਇਕੱਠਾ ਕਰਨ ਲਈ ਕਿਹੜੇ ਪ੍ਰਬੰਧ ਲਾਗੂ ਕੀਤੇ? ਤੇ ਇਸ ਦੇ ਵਿੱਚ ਤਿੰਨ ਆਪਸ਼ਨ ਨੇ, ਪਹਿਲਾ ਹੈ ਸਥਾਈ ਬੰਦੋਬਸਤ, ਦੂਜਾ ਹੈ ਰੇਤਵਾੜੀ ਬੰਦੋਬਸਤ ਤੇ ਤੀਜਾ ਹੈ ਮਹਿਲਵਾੜੀ ਪ੍ਰਬੰਧ। ਤੇ ਇਸ ਦਾ ਜਿਹੜਾ ਸਹੀ ਉੱਤਰ ਹੈ ਉਹ ਹੈ ਚੌਥਾ, ਯਾਨੀ ਇਹ ਉਪਰੋਕਤ ਸਾਰੇ। ਅੰਗਰੇਜ਼ਾਂ ਨੇ ਇਹ ਤਿੰਨੇ ਜਿਹੜੀ ਸਿਸਟਮ ਹੈ ਇਹ ਸ਼ੁਰੂ ਕੀਤੇ ਸੀ ਲਗਾਨ ਇਕੱਠਾ ਕਰਨ ਵਾਸਤੇ। ਪ੍ਰਸ਼ਨ ਨੰਬਰ 47 ਹੈ, ਸਥਾਈ ਬੰਦੋਬਸਤ ਕਿੱਥੇ ਸ਼ੁਰੂ ਕੀਤਾ ਗਿਆ? ਆਪਸ਼ਨ ਨੇ ਬੰਗਾਲ, ਮਦਰਾਸ, ਕਲਕੱਤਾ ਅਤੇ ਦਿੱਲੀ। ਇਸ ਦਾ ਸਹੀ ਉੱਤਰ ਹੈ ਬੰਗਾਲ ਦੇ ਵਿੱਚ। ਸਥਾਈ ਬੰਦੋਬਸਤ ਬੰਗਾਲ ਦੇ ਵਿੱਚ ਸ਼ੁਰੂ ਕੀਤਾ ਗਿਆ ਸੀ। 48 ਨੰਬਰ ਪ੍ਰਸ਼ਨ ਹੈ, ਸਥਾਈ ਬੰਦੋਬਸਤ ਕਾਰਨ ਡੈਸ਼ ਭੂਮੀ ਦੇ ਮਾਲਕ ਬਣ ਗਏ। ਤੇ ਇੱਥੇ ਜਿਹੜਾ ਹੈ ਫਿਲ ਇਨ ਦਾ ਬਲੈਂਕ ਭਰਨਾ ਹੈ। ਇਸ ਦਾ ਸਹੀ ਉੱਤਰ ਹੋਵੇਗਾ ਜ਼ਿਮੀਦਾਰ, ਯਾਨੀ ਤੀਜਾ ਜਿਹੜਾ ਆਪਸ਼ਨ ਹੈ ਇੱਥੇ ਸਹੀ ਆਪਸ਼ਨ ਹੈ, ਜ਼ਿਮੀਦਾਰ ਜਿਹੜੇ ਉਹ ਭੂਮੀ ਦੇ ਮਾਲਕ ਬਣ ਗਏ। 49 ਨੰਬਰ ਪ੍ਰਸ਼ਨ ਹੈ, ਰਇਤਵਾੜੀ ਪ੍ਰਬੰਧ ਕਦੋਂ ਸ਼ੁਰੂ ਕੀਤਾ ਗਿਆ? ਰਇਤਵਾੜੀ ਪ੍ਰਬੰਧ ਕਦੋਂ ਸ਼ੁਰੂ ਕੀਤਾ ਗਿਆ? ਤੇ ਇਸ ਦੇ ਵਿੱਚ ਜਿਹੜਾ ਸਹੀ ਆਪਸ਼ਨ ਹੈ ਉਹ ਹੈ 1820 ਈਸਵੀ ਦੇ ਵਿੱਚ, ਯਾਨੀ ਦੂਜਾ ਆਪਸ਼ਨ ਹੈ ਉਹ ਸਹੀ ਹੈ 1820 ਦੇ ਵਿੱਚ। 1866 ਤੋਂ 67 ਈਸਵੀ ਵਿੱਚ ਨੀਲ ਦੀ ਖੇਤੀ ਵਿਰੁੱਧ ਕਿੱਥੇ ਵਿਦਰੋਹ ਹੋਇਆ? ਤੇ ਆਪਸ਼ਨ ਨੇ ਚੰਪਾਰਨ, ਪੰਜਾਬ, ਬਨਾਰਸ ਜਾਂ ਉਪਰੋਕਤ ਕੋਈ ਨਹੀਂ। ਤੇ ਇਸ ਦੇ ਵਿੱਚ ਸਹੀ ਆਪਸ਼ਨ ਹੋਵੇਗਾ ਚੰਪਾਰਨ ਦੇ ਵਿੱਚ, ਯਾਨੀ ਪਹਿਲਾ ਆਪਸ਼ਨ ਸਹੀ ਹੈ। 10 ਨੰਬਰ ਜਿਹੜਾ ਪਾਠ ਹੈ ਤੁਹਾਡਾ, ਪਾਠ ਨੰਬਰ 10, ਬਸਤੀਵਾਦ ਅਤੇ ਕਬਾਇਲੀ ਸਮਾਜ। ਇਸ ਦੇ ਵਿੱਚ ਪਹਿਲਾ ਪ੍ਰਸ਼ਨ ਹੈ 51ਵਾਂ ਪ੍ਰਸ਼ਨ ਹੈ, ਕਬਾਇਲੀ ਸਮਾਜ ਤੋਂ ਕੀ ਭਾਵ ਹੈ? ਇਸ ਦੇ ਵਿੱਚ ਆਪਾਂ ਪਹਿਲਾ ਜਿਹੜਾ ਆਪਸ਼ਨ ਹੈ ਸ਼ਹਿਰੀ ਲੋਕ, ਦੂਜਾ ਹੈ ਆਦੀਵਾਸੀ ਲੋਕ, ਤੀਜਾ ਹੈ ਕਬੀਲੇ ਵਿੱਚ ਰਹਿੰਦੇ ਲੋਕ ਤੇ ਚੌਥਾ ਆਪਸ਼ਨ ਹੈ ਆੜਾ ਅਤੇ ਸੱਸਾ ਦੋਵੇਂ, ਯਾਨੀ ਦੂਜਾ ਅਤੇ ਤੀਜਾ। ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਆਪਸ਼ਨ ਨੰਬਰ 4, ਯਾਨੀ ਇਸ ਦੇ ਵਿੱਚ ਕਬਾਇਲੀ ਸਮਾਜ ਦੇ ਵਿੱਚ ਆਦੀਵਾਸੀ ਲੋਕ ਵੀ ਆਉਂਦੇ ਹਨ ਪਲੱਸ ਕਬੀਲੇ ਵਿੱਚ ਰਹਿਣ ਵਾਲੇ ਲੋਕ ਵੀ ਆਉਂਦੇ ਹਨ। ਪ੍ਰਸ਼ਨ ਨੰਬਰ 52, ਕਿਹੜੇ ਕਬੀਲੇ ਦੇ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ? ਤੇ ਸਭ ਤੋਂ ਵੱਧ ਜਿਹੜੀ ਕਬੀਲੇ ਦੇ ਲੋਕਾਂ ਦੀ ਗਿਣਤੀ ਹੈ ਉਹ ਕਬੀਲਾ ਹੈ ਗੋਂਡ ਕਬੀਲਾ। ਤੇ 53ਵਾਂ ਕੁਐਸਚਨ ਹੈ, ਕਬਾਇਲੀ ਸਮਾਜ ਦੇ ਲੋਕਾਂ ਦੀ ਮੁੱਢਲੀ ਇਕਾਈ ਕਿਹੜੀ ਹੈ? ਕਬਾਇਲੀ ਸਮਾਜ ਦੇ ਲੋਕਾਂ ਦੀ ਮੁੱਢਲੀ ਇਕਾਈ ਕਿਹੜੀ ਹੈ? ਸਹੀ ਉੱਤਰ ਹੈ ਪਰਿਵਾਰ, ਯਾਨੀ ਦੂਜਾ ਆਪਸ਼ਨ ਹੈ ਸਹੀ। ਤੇ
ਅੱਗੇ ਖਾਸੀ ਕਬੀਲੇ ਦਾ ਮੋਢੀ ਕੌਣ ਸੀ? ਖਾਸੀ ਕਬੀਲੇ ਦਾ ਮੋਢੀ ਕੌਣ ਸੀ? ਆਪਸ਼ਨ ਹੈ ਇਹਨਾਂ ਦੇ ਵਿੱਚ ਸਹੀ ਉੱਤਰ ਹੈ ਤਿਰੁੱਤ ਸਿੰਘ ਖਾਸੀ ਕਬੀਲੇ ਦਾ ਮੋਢੀ ਸੀ। ਅੱਗੇ ਹੈ 55 ਨੰਬਰ ਕੁਐਸਚਨ, ਉੱਤਰੀ ਪੂਰਬੀ ਇਲਾਕੇ ਵਿੱਚ ਨਾਗਾ ਵਿਦਰੋਹ ਕਦੋਂ ਹੋਇਆ? ਤੇ ਇਹ ਚਾਰ ਆਪਸ਼ਨ ਨੇ, ਇਹਨਾਂ ਦੇ ਵਿੱਚ ਸਹੀ ਉੱਤਰ ਹੈ ਪਹਿਲਾ 1844 ਈਸਵੀ ਵਿੱਚ। ਪਾਠ ਨੰਬਰ 11 ਹੈ ਦਸਤਕਾਰੀ ਅਤੇ ਉਦਯੋਗ। ਪ੍ਰਸ਼ਨ ਨੰਬਰ 56, ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਵਿਸਤਾਰ ਹੋਣ ਨਾਲ ਪਿੰਡਾਂ ਅਤੇ ਸ਼ਹਿਰਾਂ ਵਿੱਚ ਕਿਸ ਚੀਜ਼ ਦਾ ਪਤਨ ਹੋਣਾ ਸ਼ੁਰੂ ਹੋ ਗਿਆ? ਤੇ ਇਸ ਦੇ ਵਿੱਚ ਆਪਸ਼ਨ ਨੇ ਖੇਤੀਬਾੜੀ, ਦੂਜਾ ਲਘੂ ਉਦਯੋਗ, ਤੀਜਾ ਪਸ਼ੂਆਂ ਦਾ ਵਪਾਰ ਅਤੇ ਚੌਥਾ ਇਹਨਾਂ ਵਿੱਚੋਂ ਕੋਈ ਨਹੀਂ। ਸਹੀ ਉੱਤਰ ਹੋਵੇਗਾ ਲਘੂ ਉਦਯੋਗ, ਯਾਨੀ ਦੂਜਾ ਆਪਸ਼ਨ ਹੈ ਸਹੀ ਹੈ। ਹੁਣ 57 ਨੰਬਰ ਕੁਐਸਚਨ ਹੈ, ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ ਕਦੋਂ ਆਈ? ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਕਦੋਂ ਆਈ? ਤੇ ਇਸ ਦਾ ਸਹੀ ਉੱਤਰ ਹੈ 18ਵੀਂ ਸਦੀ ਵਿੱਚ। ਆਪਸ਼ਨ ਨੰਬਰ 2, 18ਵੀਂ ਸਦੀ ਦੇ ਵਿੱਚ ਇੰਗਲੈਂਡ ਦੇ ਵਿੱਚ ਉਦਯੋਗਿਕ ਕ੍ਰਾਂਤੀ ਆਈ। 58 ਨੰਬਰ ਕੁਐਸਚਨ ਹੈ, ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ? ਇਸ ਦੇ ਆਪਸ਼ਨ ਨੇ, ਇਹਨਾਂ ਦੇ ਵਿੱਚ ਸਹੀ ਆਪਸ਼ਨ ਹੈ 1 ਨੰਬਰ, ਯਾਨੀ ਮੁੰਬਈ ਦੇ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਲਗਾਇਆ ਗਿਆ। 59 ਨੰਬਰ ਕੁਐਸਚਨ ਹੈ, ਭਾਰਤ ਵਿੱਚ ਨੀਲ ਦੀ ਪੈਦਾਵਾਰ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਈ? ਤੇ ਇਹਨਾਂ ਦੇ ਵਿੱਚ ਸਹੀ ਆਪਸ਼ਨ ਆਵੇਗਾ ਆਪਸ਼ਨ ਨੰਬਰ 1, ਬੰਗਾਲ ਅਤੇ ਬਿਹਾਰ ਦੇ ਵਿੱਚ ਨੀਲ ਦੀ ਪੈਦਾਵਾਰ ਸਭ ਤੋਂ ਪਹਿਲਾਂ ਸ਼ੁਰੂ ਹੋਈ। ਭਾਰਤ ਵਿੱਚ ਕੌਫੀ ਦਾ ਪਹਿਲਾ ਬਾਗ ਕਿੱਥੇ ਲਗਾਇਆ ਗਿਆ? ਕੌਫੀ ਦਾ ਪਹਿਲਾ ਬਾਗ ਕਿੱਥੇ ਲਗਾਇਆ ਗਿਆ? 60 ਨੰਬਰ ਕੁਐਸਚਨ ਦਾ ਸਹੀ ਉੱਤਰ ਹੈ ਦੱਖਣੀ ਭਾਰਤ ਦੇ ਵਿੱਚ। 1 ਨੰਬਰ ਆਪਸ਼ਨ ਸਹੀ ਹੈ। 61 ਨੰਬਰ ਕੁਐਸਚਨ ਹੈ, ਭਾਰਤ ਵਿੱਚ ਚਾਹ ਦਾ ਪਹਿਲਾ ਬਾਗ ਕਦੋਂ ਲਗਾਇਆ ਗਿਆ? ਚਾਹ ਦਾ ਪਹਿਲਾ ਬਾਗ ਭਾਰਤ ਦੇ ਵਿੱਚ, ਆਪਸ਼ਨ ਦੇ ਵਿੱਚ ਆਪਾਂ ਸਹੀ ਆਪਸ਼ਨ ਜਿਹੜਾ ਇਹਨਾਂ ਦੇ ਵਿੱਚ ਦੂਜਾ ਜਿਹੜਾ 1852 ਦੇ ਵਿੱਚ ਲਗਾਇਆ ਗਿਆ। 62 ਨੰਬਰ ਕੁਐਸਚਨ ਹੈ, ਯੂਰੋਪੀਅਨ ਵਪਾਰੀ ਭਾਰਤ ਵਿੱਚ ਕਿਸ ਵਸਤੂ ਦਾ ਵਪਾਰ ਕਰਨ ਲਈ ਆਏ ਸਨ? ਤੇ ਇਹਨਾਂ ਦੇ ਵਿੱਚ ਸਹੀ ਆਪਸ਼ਨ ਆਏਗਾ ਆਪਣਾ ਪਹਿਲਾ, ਕੱਪੜੇ ਅਤੇ ਮਸਾਲੇ ਦਾ ਵਪਾਰ। ਪਾਠ ਨੰਬਰ 12, 1857 ਈਸਵੀ ਦਾ ਵਿਦਰੋਹ। ਇਸ ਦੇ ਵਿੱਚ 63 ਨੰਬਰ ਕੁਐਸਚਨ ਹੈ, 1857 ਈਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੇ ਸ਼ੁਰੂ ਹੋਇਆ? ਤੇ ਇਹਨਾਂ ਚਾਰ ਆਪਸ਼ਨ ਦੇ ਵਿੱਚ ਸਹੀ ਆਪਸ਼ਨ ਹੈ ਆਪਸ਼ਨ ਨੰਬਰ ਚੌਥਾ, ਬੈਰਕਪੁਰ ਦੇ ਵਿੱਚ। ਫਿਰ 64 ਨੰਬਰ ਕੁਐਸਚਨ ਹੈ, ਇਤਿਹਾਸਕਾਰਾਂ ਨੇ ਕਿਸ ਵਿਦਰੋਹ ਨੂੰ ਸੈਨਿਕ ਵਿਦਰੋਹ ਦਾ ਨਾਮ ਦਿੱਤਾ? ਤੇ ਇਸ ਦਾ ਸਹੀ ਉੱਤਰ ਹੋਵੇਗਾ ਆਪਸ਼ਨ ਏ, 1857 ਈਸਵੀ ਦੇ ਵਿਦਰੋਹ ਨੂੰ। ਹੁਣ 65 ਨੰਬਰ ਕੁਐਸਚਨ ਹੈ, ਭਾਰਤ ਵਿੱਚ ਸਤੀ ਪ੍ਰਥਾ ਨੂੰ ਕਿਸ ਗਵਰਨਰ ਜਨਰਲ ਨੇ ਗੈਰ ਕਾਨੂੰਨੀ ਘੋਸ਼ਿਤ ਕੀਤਾ? ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਚਾਰ ਆਪਸ਼ਨ ਨੇ, ਲਾਰਡ ਡਲਹੌਜੀ, ਲਾਰਡ ਕਾਰਨਵਾਲਿਸ ਅਤੇ ਲਾਰਡ ਵਿਲੀਅਮ ਬੈਂਟਿਕ। ਇਹਦੇ ਵਿੱਚ ਜਿਹੜਾ ਚੌਥਾ ਹੈ ਯਾਨੀ ਕਿ ਲਾਰਡ ਵਿਲੀਅਮ ਬੈਂਟਿਕ ਹੈ, ਇਸ ਨੇ ਗੈਰ ਕਾਨੂੰਨੀ ਘੋਸ਼ਿਤ ਕੀਤਾ। ਅਗਲਾ ਪ੍ਰਸ਼ਨ ਹੈ, ਨਵੇਂ ਕਾਰਤੂਸਾਂ ਨੂੰ ਚਲਾਉਣ ਤੋਂ ਇਨਕਾਰ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ? ਤੇ ਇਸ ਦਾ ਸਹੀ ਉੱਤਰ ਹੋਵੇਗਾ ਮੰਗਲ ਪਾਂਡੇ, ਯਾਨੀ ਪਹਿਲਾ ਪ੍ਰਸ਼ਨ ਜਿਹੜਾ ਉੱਤਰ ਹੈ ਉਹ ਸਹੀ ਹੈ। ਅਗਲਾ ਹੈ, ਭਾਰਤੀ ਸੈਨਿਕ ਵੱਧ ਤੋਂ ਵੱਧ ਕਿਸ ਅਹੁਦੇ ਤੱਕ ਤਰੱਕੀ ਕਰ ਸਕਦਾ ਸੀ? ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਬੀ, ਯਾਨੀ ਦੂਜਾ, ਸੂਬੇਦਾਰ ਦੇ ਪਦ ਤੱਕ ਵੱਧ ਤੋਂ ਵੱਧ ਭਾਰਤੀ ਸੈਨਿਕ ਪਹੁੰਚ ਸਕਦਾ ਸੀ। 68 ਨੰਬਰ ਹੈ, ਰਾਣੀ ਲక్ష్ਮੀ ਬਾਈ ਕਿਸ ਰਿਆਸਤ ਦੀ ਰਾਣੀ ਸੀ? ਰਾਣੀ ਲక్ష్ਮੀ ਬਾਈ ਕਿਸ ਰਿਆਸਤ ਦੀ ਰਾਣੀ ਸੀ? ਤੇ ਇਸ ਦਾ ਸਹੀ ਉੱਤਰ ਹੋਵੇਗਾ ਚੌਥਾ, ਯਾਨੀ ਝਾਂਸੀ। ਪਾਠ ਨੰਬਰ 13, ਸਿੱਖਿਆ ਅਤੇ ਅੰਗਰੇਜ਼ੀ ਰਾਜ। ਇਸ ਦੇ ਵਿੱਚ 69 ਨੰਬਰ ਕੁਐਸਚਨ ਹੈ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਿੱਥੇ ਸਥਿਤ ਹੈ? ਇਸ ਦਾ ਸਹੀ ਉੱਤਰ ਹੋਵੇਗਾ
ਉੱਤਰ ਪ੍ਰਦੇਸ਼ ਦੇ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਸਥਿਤ ਹੈ। 70 ਨੰਬਰ ਪ੍ਰਸ਼ਨ ਹੈ, ਸਿੱਖਿਆ ਦੇ ਵਿਕਾਸ ਲਈ ਹੰਟਰ ਕਮਿਸ਼ਨ ਦੀ ਸਥਾਪਨਾ ਕਦੋਂ ਹੋਈ? ਇਸ ਦਾ ਸਹੀ ਉੱਤਰ ਹੋਵੇਗਾ 1882 ਈਸਵੀ ਦੇ ਵਿੱਚ ਹੰਟਰ ਕਮਿਸ਼ਨ ਦੀ ਸਥਾਪਨਾ ਹੋਈ। ਅਗਲਾ ਹੈ ਪ੍ਰਸ਼ਨ ਨੰਬਰ 71, ਭਾਰਤੀ ਯੂਨੀਵਰਸਿਟੀ ਐਕਟ ਕਿਸ ਦੁਆਰਾ ਪਾਸ ਕੀਤਾ ਗਿਆ? ਤੇ ਇਸ ਦੇ ਵਿੱਚ ਜਿਹੜੇ ਆਪਸ਼ਨ ਆਪਾਂ ਨੂੰ ਦਿੱਤੇ ਗਏ ਨੇ, ਇਹਨਾਂ ਦੇ ਵਿੱਚ ਸਹੀ ਆਪਸ਼ਨ ਹੈ ਲਾਰਡ ਕਰਜ਼ਨ। 72 ਨੰਬਰ ਕੁਐਸਚਨ ਹੈ, ਮੇਰਠ ਵਿੱਚ ਕੰਨਿਆ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਮੇਰਠ ਵਿੱਚ ਕੰਨਿਆ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ? ਤੇ ਇਸ ਦਾ ਸਹੀ ਉੱਤਰ ਹੈ ਸਵਾਮੀ ਦਯਾਨੰਦ ਦੁਆਰਾ। 73 ਨੰਬਰ ਕੁਐਸਚਨ ਹੈ, ਕਿਸ ਐਕਟ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਹਰ ਸਾਲ ਸਿੱਖਿਆ ਉੱਪਰ 1 ਲੱਖ ਰੁਪਏ ਖਰਚ ਕੀਤੇ? ਤੇ ਇਸ ਦਾ ਸਹੀ ਉੱਤਰ ਹੈ ਚਾਰਟਰ ਐਕਟ 1813, ਯਾਨੀ ਕਿ ਪਹਿਲਾ ਉੱਤਰ ਇਸ ਦਾ ਸਹੀ ਹੈ। ਪਾਠ ਨੰਬਰ 14 ਹੈ, ਇਸਤਰੀਆਂ ਅਤੇ ਸੁਧਾਰ। ਪ੍ਰਸ਼ਨ ਨੰਬਰ 74, ਸ਼੍ਰੀਮਤੀ ਐਨੀ ਬੇਸੈਂਟ ਇੰਗਲੈਂਡ ਵਿੱਚ ਥੀਓਸੋਫਿਕਲ ਸੁਸਾਇਟੀ ਵਿੱਚ ਕਦੋਂ ਸ਼ਾਮਿਲ ਹੋਈ? ਇਸ ਦਾ ਸਹੀ ਉੱਤਰ ਹੋਵੇਗਾ ਬੀ, ਯਾਨੀ ਦੂਜਾ 1886 ਵਿੱਚ। 75 ਨੰਬਰ ਕੁਐਸਚਨ ਹੈ, ਪਰਮਹੰਸ ਸਭਾ ਦੀ ਸਥਾਪਨਾ ਕਦੋਂ ਕੀਤੀ ਗਈ? ਤੇ ਇਸ ਦੇ 4 ਆਪਸ਼ਨ ਨੇ, ਜਿਹੜਾ ਸਹੀ ਹੈ ਉਹ ਹੈ ਤੀਜਾ, ਯਾਨੀ ਸਮਾਜ ਵਿੱਚ ਜਾਗ੍ਰਿਤੀ ਲਿਆਉਣ ਲਈ। ਸਮਾਜ ਦੇ ਵਿੱਚ ਜਾਗ੍ਰਿਤੀ ਲਿਆਉਣ ਲਈ। ਇੱਥੇ ਕਰੈਕਸ਼ਨ ਕਰਨਾ ਹੈ, ਇਹ ਜਿਹੜਾ ਕਦੋਂ ਹੈ ਇੱਥੇ ਆਏਗਾ ਕਿਉਂ ਇਹਦੀ ਸਥਾਪਨਾ ਕੀਤੀ ਗਈ। ਤੇ ਜਿਹੜਾ ਕੁਐਸਚਨ ਨੰਬਰ 76 ਹੈ, ਕਿਸ ਭਾਰਤੀ ਸਮਾਜ ਸੁਧਾਰਕ ਨੇ ਯਤਨਾਂ ਸਦਕੇ ਸਤੀ ਪ੍ਰਥਾ 'ਤੇ ਪਾਬੰਦੀ ਲੱਗੀ ਸੀ? ਤੇ ਇਸ ਦੇ ਵਿੱਚ ਸਹੀ ਉੱਤਰ ਹੋਵੇਗਾ ਰਾਜਾ ਰਾਮ ਮੋਹਨ ਰਾਏ, ਯਾਨੀ ਚੌਥਾ ਜਿਹੜਾ ਉੱਤਰ ਹੈ ਇਸ ਦਾ ਸਹੀ ਉੱਤਰ ਹੈ। 77 ਨੰਬਰ ਪ੍ਰਸ਼ਨ ਹੈ, ਸਤਿਗੁਰੂ ਰਾਮ ਸਿੰਘ ਜੀ ਦੁਆਰਾ ਪੰਜਾਬ ਵਿੱਚ ਸਮਾਜ ਸੁਧਾਰ ਲਈ ਕਿਹੜੀ ਲਹਿਰ ਚਲਾਈ ਗਈ ਸੀ? ਤੇ ਰਾਮ ਸਿੰਘ ਜੀ ਦੁਆਰਾ ਜਿਹੜੀ ਲਹਿਰ ਚਲਾਈ ਗਈ ਸੀ ਉਹ ਸੀ ਨਾਮਧਾਰੀ ਲਹਿਰ। ਪ੍ਰਸ਼ਨ ਨੰਬਰ 78 ਹੈ ਜਿਹੜਾ, ਅੰਗਰੇਜ਼ੀ ਸਰਕਾਰ ਨੇ ਅੰਤਰਰਾਜੀ ਵਿਆਹ ਕਾਨੂੰਨ ਨੂੰ ਕਦੋਂ ਮਾਨਤਾ ਦਿੱਤੀ? ਤੇ ਇਸ ਦੇ ਵਿੱਚ 4 ਆਪਸ਼ਨ ਦਿੱਤੇ ਗਏ ਨੇ, ਅੰਤਰਰਾਜੀ ਵਿਆਹ ਕਾਨੂੰਨ ਨੂੰ ਕਦੋਂ ਮਾਨਤਾ ਦਿੱਤੀ? ਤੇ ਇਸ ਦਾ ਸਹੀ ਉੱਤਰ ਹੈ 1872 ਦੇ ਵਿੱਚ। ਸੋ ਦੋਸਤੋ, ਬਾਕੀ ਜਿਹੜੇ ਇਤਿਹਾਸ ਦੇ ਇਹਨਾਂ ਤੋਂ ਇਲਾਵਾ ਜਿਹੜੇ ਪ੍ਰਸ਼ਨ ਰਹਿ ਗਏ ਉਹ ਆਪਾਂ ਦੂਜੇ ਪਾਰਟ ਦੇ ਵਿੱਚ ਕਵਰ ਕਰਾਂਗੇ। ਸਾਡੇ ਲਈ ਬਣੇ ਰਹਿਣ ਲਈ ਧੰਨਵਾਦ, ਤੇ ਅੱਗੇ ਵੀ ਸਾਡੇ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ, ਇਸ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਵੀਡੀਓਜ਼ ਨੂੰ ਲਾਈਕ ਕਰੋ, ਤਾਂ ਜੋ ਅਸੀਂ ਹੋਰ ਵੀਡੀਓ ਤੁਹਾਡੇ ਲਈ ਵਧੀਆ ਬਣਾ ਕੇ ਅਪਲੋਡ ਕਰੀਏ ਤੇ ਤੁਹਾਨੂੰ ਐਗਜ਼ਾਮ ਦੇ ਲਈ ਹੋਰ ਜ਼ਿਆਦਾ ਫਾਇਦਾ ਹੋਵੇ। ਧੰਨਵਾਦ।